ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਮੰਗਲਵਾਰ ਦੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ, ਜੋ ਕਿ ਇਸ ਟਾਈਮ ਜੁੜ ਚੁੱਕੇ ਨੇ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ 408-272-2500 408-272-2500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਯੂਬਰ ਸਿਟੀ ਤੋਂ, ਸਤਰਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਦੇ ਪਰਿਵਾਰ ਸੀਰੀਜ਼ ਤੋਂ, ਰਿਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਜੀ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408-272-5200 4082725200 ਦੇ ਉੱਤੇ। ਅਤੇ ਮਿੰਟੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੁਖਬੀਰ ਬਾਦਲ ਹੋਣਾ ਨੇ ਜਿਹੜੀ ਆ ਲੰਚ ਡਿਪਲੋਮੇਸੀ ਕੀਤੀ ਆ, ਕੇਂਦਰੀ ਮੰਤਰੀਆਂ ਦੇ ਨਾਲ ਲੰਚ 'ਤੇ ਚਰਚਾ ਕੀਤੀ। ਹਾਂ ਬਿਲਕੁਲ ਜੀ, ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਰਿਹਾਇਸ਼ ਤੇ ਲੰਚ ਦਿੱਤਾ। ਜਿਹੜੇ ਉਹਦੇ ਭਾਈਵਾਲ ਕੇਂਦਰੀ ਮੰਤਰੀ ਹੈ, ਜਿਨ੍ਹਾਂ ਦੇ ਵਿੱਚ ਕਿਰਨ ਰਿਜੀਜੂ ਵੀ ਸ਼ਾਮਲ ਸੀ, ਸੁਸ਼ਮਾ ਸਵਰਾਜ, ਹੋਰ ਵੀ ਜਿਹੜੇ ਚੋਟੀ ਦੇ ਮੰਤਰੀ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਲੰਚ ਨੂੰ ਚੱਖ ਕੇ ਗਏ ਆ ਤੇ ਕੁਝ ਗੱਲਾਂ ਬਾਤਾਂ ਵੀ ਹੋਈਆਂ ਨੇ। ਹੁਣ ਜੇ ਅਸੀਂ ਉੱਥੋਂ ਕੱਢੀਏ ਕਿ ਕੀ ਗੱਲਬਾਤ ਹੋਈ ਹੈ ਤੇ ਤੁਹਾਨੂੰ ਪਤਾ ਕਿ ਇਹਨਾਂ ਦੇ ਦਰ ਦਰਵਾਜ਼ੇ ਸਾਡੇ ਵਰਗਿਆਂ ਦੇ ਜਿਹੜੇ ਨੈਣ ਨੇ ਉਹ ਝਾਕਦੇ ਨਹੀਂ ਉਹਨਾਂ ਦੇ ਅੰਦਰ। ਪਰ ਜੇ ਚੰਦੂ ਮਾਜਰਾ ਹੋਰਾਂ ਦੀ ਮੰਨੀਏ ਤੇ ਉਹ ਕਹਿੰਦੇ ਜੀ ਸਾਗ ਖਾਣ ਆਏ ਸੀ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਘਰੇ। ਕਹਿੰਦੇ ਕਿਉਂਕਿ ਸੀਜ਼ਨ ਹੈ ਸਾਗ ਦਾ, ਤੇ ਇਸ ਕਰਕੇ ਅਸੀਂ ਸੋਚਿਆ ਕਿ ਆਪਦਾ ਜਿਹੜਾ ਟ੍ਰੈਡੀਸ਼ਨ ਹੈ ਉਹਨੂੰ ਥੋੜਾ ਜਿਹਾ ਅੱਗੇ ਕਰੀਏ, ਅੱਗੇ ਵੀ ਪਹੁੰਚਾਈਏ। ਇਸ ਕਰਕੇ ਅਸੀਂ ਸਾਗ ਖਵਾਉਣ ਲਈ ਉਹਨਾਂ ਨੂੰ ਸੱਦ ਲਿਆ। ਜਿਹੜਾ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਬੜੇ ਭੋਲੇ ਆ, ਕਿਉਂਕਿ ਇੱਥੇ ਸਾਗ ਨਹੀਂ ਰਿੱਝ ਰਿਹਾ ਸੀ, ਇੱਥੇ ਸਾਗ ਰਿੱਝ ਰਿਹਾ ਸੀਗਾ। ਗੱਲ ਸਾਗ ਦੀ ਨਹੀਂ, ਗੱਲ ਸਾਕ ਦੀ ਹੋ ਰਹੀ ਸੀਗੀ। ਸਾਕ ਤੁਹਾਨੂੰ ਪਤਾ ਕਿ ਇਹਨਾਂ ਦਾ 9 ਮਾਸ ਵਾਲਾ ਵੀ ਹੈ, ਪਤੀ ਪਤਨੀ ਵਾਲਾ ਵੀ ਹੈ। ਪਰ ਇਸ ਰਿਸ਼ਤੇ ਦੇ ਵਿੱਚ ਜਿਸ ਤਰ੍ਹਾਂ ਹੋਈ ਹੈ, ਪਾਟੋ ਧਾਪ ਵੀ ਚੱਲਦੀ ਹੈ ਆਪਸ ਦੇ ਵਿੱਚ, ਉਹ ਵੱਖਰੀ ਗੱਲ ਹੈ। ਪਰ ਜਿਹੜੀਆਂ ਕਨਸੂਆਂ ਨੇ, ਜਿਹੜੀਆਂ ਅੰਦਰਲੀਆਂ ਖਬਰਾਂ ਨੇ, ਉਹ ਇਹ ਆ ਕਿ ਜਿਹੜੀ ਇਹ ਕਵਾਇਦ ਚੱਲਦੀ ਪਈ ਹੈ ਪਿਛਲੇ ਹਫ਼ਤੇ ਤੋਂ, ਸਰਦਾਰ ਸੁਖਬੀਰ ਸਿੰਘ ਬਾਦਲ, ਅਮਿਤ ਸ਼ਾਹ, ਅਰੁਣ ਜੇਤਲੀ ਇਹਨਾਂ ਨਾਲ ਮੁਲਾਕਾਤਾਂ ਕਰ ਚੁੱਕੇ ਆ ਤੇ ਹੁਣ ਕੇਂਦਰੀ ਵਜ਼ੀਰਾਂ ਨੂੰ, ਜਿਹੜੀ ਉਹ ਸਾਰੀ ਜੁੰਡਲੀ ਨੂੰ ਉਹਨਾਂ ਨੇ ਲੰਚ ਤੇ ਸੱਦਿਆ। ਸਾਰਾ ਕੁਝ ਇਹ ਜਿਹੜਾ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਅੱਜ ਤੋਂ ਦਿੱਲੀ ਦੇ ਵਿੱਚ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਸੰਸਦ ਦੇ ਅੰਦਰ। ਸੋ ਅਕਾਲੀ ਦਲ ਇਸ ਕਰਕੇ ਕਾਹਲੀ ਕਰਦਾ ਪਿਆ ਹੈ ਕਿ ਉਹ ਬਿੱਲ ਪਾਸ ਕਰਵਾਉਣਾ ਚਾਹੁੰਦਾ। ਕਿਹੜਾ ਬਿੱਲ ਹੈ? ਉਹ ਬਿੱਲ ਹੈ ਜੋ ਗੁਰਦੁਆਰਾ ਐਕਟ ਦੇ ਨਾਲ ਜੁੜਿਆ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ SGPC ਦੀ ਕਾਨੂੰਨੀ ਲੜਾਈ ਹੈ ਜਿਹੜੀ ਉਹ ਸੁਪਰੀਮ ਕੋਰਟ ਦੇ ਦਾਇਰੇ ਦੇ ਵਿੱਚ ਹੈ, ਰੋਕ ਲੱਗੀ ਹੋਈ ਹੈ ਚੋਣਾਂ ਤੇ ਵੀ। ਤਾਂ ਅਕਾਲੀ ਦਲ ਇੱਕ ਬਾਈਪਾਸ ਤਲਾਸ਼ ਰਿਹਾ ਹੈ ਕਿ ਉਸ ਕਾਨੂੰਨੀ ਝੰਜਟ ਤੋਂ ਮੁਕਤੀ ਪਾਉਣ ਲਈ ਸੰਸਦ ਦੇ ਵਿੱਚ ਬਿੱਲ ਪਾਸ ਕਰਵਾ ਲਿਆ ਜਾਵੇ। ਕੱਲ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਆਨ ਸੀ ਕਿ ਮੂਲ ਜਿਹੜਾ 1925 ਵਾਲਾ ਗੁਰਦੁਆਰਾ ਐਕਟ ਹੈ ਉਹ ਲਾਗੂ ਕੀਤਾ ਜਾਵੇ। ਪਿਛੋਕੜ ਸਾਰੇ ਮਾਜਰੇ ਦਾ ਤੁਹਾਨੂੰ ਪਤਾ ਹੀ ਹੈ ਕਿ 2002 ਦੇ ਵਿੱਚ ਜਦੋਂ ਵਾਜਪਾਈ ਸਰਕਾਰ ਸੀ ਸ਼ਾਇਦ, ਤਾਂ ਉਹਨਾਂ ਨੇ ਉਦੋਂ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜੇ ਸਹਿਜਧਾਰੀ ਵੋਟਰ ਆ ਉਹਨਾਂ ਨੂੰ ਵੋਟ ਪਾਉਣ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਸੀ SGPC ਦੀਆਂ ਚੋਣਾਂ 'ਚ। ਉਹ ਲੜਾਈ ਫਿਰ ਗਈ ਅਦਾਲਤਾਂ ਦੇ ਵਿੱਚ ਤੇ ਉਹ ਹੁਣ ਲੜਾਈ ਨੂੰ ਇੱਕ ਪਾਸੇ ਲਾਉਣਾ ਚਾਹੁੰਦਾ ਅਕਾਲੀ ਦਲ। ਉਹ ਇਸ ਕਰਕੇ ਲਾਉਣਾ ਚਾਹੁੰਦਾ ਹੈ ਕਿ 2017 ਤੋਂ ਪਹਿਲਾਂ SGPC ਦੀਆਂ ਚੋਣਾਂ ਹੋ ਜਾਣ ਔਰ ਬਿੱਲ
ਇਸ ਕਰਕੇ ਪਾਸ ਕਰਵਾਉਣਾ ਚਾਹੁੰਦੇ ਆ ਕਿ ਕਿਤੇ ਅਦਾਲਤ ਚੋਂ ਫੈਸਲਾ ਜਿਹੜਾ ਸਹਿਜਧਾਰੀ ਵੋਟਰਾਂ ਦੇ ਹੱਕ ਵਿੱਚ ਨਾ ਜੇ, ਕਿਉਂਕਿ ਜੇਕਰ ਸਹਿਜਧਾਰੀ ਵੋਟਰਾਂ ਦੇ ਹੱਕ ਵਿੱਚ ਆ ਗਿਆ ਤੇ ਖਲਾਰਾ ਜਿਹੜਾ ਵੋਟਰਾਂ ਦਾ ਬਹੁਤ ਜ਼ਿਆਦਾ ਪੈ ਜਾਣਾ। ਗੁਰਸਿੱਖ ਵੋਟਰਾਂ ਦੀ ਗਿਣਤੀ ਜਿਹੜੀ ਥੋੜੀ, ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੂੰ ਅਸੀਂ ਸਮੇਟ ਲਵਾਂਗੇ ਸੌਖੇ ਹੀ। ਸੋ ਇਸ ਕਰਕੇ ਕਵਾਇਦ ਇਹ ਆ ਕਿ ਉਹ ਕਾਨੂੰਨੀ ਝੰਜਟ ਦੀ ਥਾਂ ਤੇ ਇੱਧਰੋਂ ਬਿੱਲ ਪਾਸ ਕਰਵਾ ਲਈਏ। ਹੁਣ RSS ਹੈ ਜਿਹੜੀ ਉਹ ਅੜੰਗਾ ਪਾਉਂਦੀ ਪਈ ਹੈ, ਉਹਦੇ ਜਿਹੜੇ ਆ ਨੇਤਾ, ਕਿਉਂਕਿ ਅਡਵਾਨੀ ਨੇ ਵੀ ਮੰਨਿਆ ਸੀ ਕਿ ਉਹ ਸਾਡੇ ਤੋਂ ਗਲਤੀ ਹੋ ਗਈ ਹੈ, RSS ਵਾਲੇ ਨਹੀਂ ਚਾਹੁੰਦੇ। ਇਸ ਕਰਕੇ ਇਹ ਬਿੱਲ ਹੈ ਜਿਹੜਾ ਹਾਲੇ ਤੱਕ ਜਿਹੜਾ ਬਜਟ ਸੈਸ਼ਨ ਉਹਦੇ ਵਿੱਚ ਲਿਸਟਡ ਵੀ ਨਹੀਂ ਹੋਇਆ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਗੱਲ ਨਹੀਂ ਬਣਨੀ, ਪਰ ਅਕਾਲੀ ਦਲ ਦੀ ਕੋਸ਼ਿਸ਼ ਇਹ ਹੈ ਕਿ ਬਿੱਲ ਪਾਸ ਕਰਾ ਕੇ ਸਹਿਜਧਾਰੀ ਵੋਟਰਾਂ ਨੂੰ ਪਾਸੇ ਰੱਖ ਕੇ SGPC ਨੂੰ ਖੰਭਾਂ ਥੱਲੇ ਫੇਰ ਕਰ ਲਈਏ, ਕਿਉਂਕਿ 2017 ਚ ਪਤਾ ਨਹੀਂ ਸਿਆਸਤ ਦੀ ਦੁਨੀਆ ਚ ਸੂਰਜ ਕਿਹੜੀ ਦਿਸ਼ਾ ਚੋਂ ਚੜ ਪੈਣਾ। ਜੀ ਜੀ ਬਿਲਕੁਲ ਜੀ। ਤੇ ਆਪਾਂ ਗੱਲ ਕਰੀਏ ਵੀ ਇੱਕ ਹੋਰ ਕਿਸਾਨ ਦਾ ਘਰ ਕਰਜ਼ੇ ਨੇ ਖਾ ਲਿਆ ਜੀ। ਇਦਾਂ ਦੀਆਂ ਖਬਰਾਂ ਪੜ੍ਹਦੇ ਪੜ੍ਹਦੇ ਅਸੀਂ ਖੁਦ ਹੀ ਸੰਵੇਦਨਹੀਨ ਹੋ ਗਏ ਹਾਂ ਜੀ ਕਿ ਪਰ ਫਿਰ ਵੀ ਜਦੋਂ ਇਹ ਕਹਾਣੀ ਕੋਈ ਇਸ ਤਰ੍ਹਾਂ ਦੀ ਸਾਹਮਣੇ ਆਉਂਦੀ ਹੈ ਤੇ ਜਿਹੜੀ ਚੀਜ਼ ਹੈ ਉਹ ਅੱਖਾਂ ਚੋਂ ਨਮੀ ਬਣ ਕੇ ਗਿਰਦੀ ਜ਼ਰੂਰ ਆ, ਕਿਉਂਕਿ ਇੱਕ ਤੋਂ ਇੱਕ ਕਹਾਣੀ ਹੈ ਜਿਹੜੀ ਦੁਖਦਾਈ ਸਾਹਮਣੇ ਆਉਂਦੀ ਹੈ। ਹੁਣ ਇਸ ਕਹਾਣੀ ਤੇ ਜੇ ਝਾਤ ਮਾਰੀਏ ਤੇ ਦਿਲ ਕੁਰਲਾ ਉੱਠਦਾ ਆ। ਇਹ ਕਹਾਣੀ ਹੈ ਜਿਹੜੀ ਪਾਤੜਾ ਤਹਿਸੀਲ ਦੇ ਵਿੱਚ ਕੋਈ ਪਿੰਡ ਹੈ ਸੰਤਪੁਰਾ ਬਰਾਸ, ਉੱਥੇ ਵਾਪਰੀ ਕਹਾਣੀ। ਕਾਦੀ ਨਿਰੀ ਹੋਣੀ ਹੈ ਜੀ, ਕਦੀ ਕਿਸੇ ਤਹਿਸੀਲ 'ਚ ਇਹ ਹੋਣੀ ਹੋ ਜਾਂਦੀ ਹੈ, ਕਦੇ ਕਿਸੇ ਤਹਿਸੀਲ 'ਚ ਹੋਣੀ ਹੋ ਜਾਂਦੀ। ਹੁਣ ਪਾਤੜਾ ਤਹਿਸੀਲ ਦੇ ਸੰਤਪੁਰਾ 'ਚ ਹੋਈ ਹੈ। ਇੱਥੇ ਸਿਮਰਜੀਤ ਸਿੰਘ ਨਾਂ ਦਾ ਨੌਜਵਾਨ ਕਿਸਾਨ ਹੈ ਜਿਹੜਾ ਉਹ ਅੱਜ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਇਸ ਸੰਸਾਰ ਤੋਂ ਕੂਚ ਕਰ ਗਿਆ ਜੀ। ਬਿਲਕੁਲ ਯੰਗ ਉਮਰ ਦਾ ਸੀ, ਬਿਲਕੁਲ ਨੌਜਵਾਨ ਉਮਰ ਦਾ ਸੀ, ਹੌਲੀ ਉਮਰ ਦਾ ਸੀਗਾ। ਔਰ ਦੂਸਰੀ ਗੱਲ ਕਿ ਉਸਦਾ ਜਿਹੜਾ ਪਿਤਾ ਸੀ ਉਹ ਵੀ 2 ਸਾਲ ਪਹਿਲਾਂ, ਜਿਹਦਾ ਨਾਮ ਸੰਤੋਖ ਸਿੰਘ ਸੀ, 55 ਸਾਲ ਦੀ ਉਮਰ 'ਚ 2 ਸਾਲ ਪਹਿਲਾਂ ਉਹ ਵੀ ਇਸੇ ਰਾਹ ਤੁਰ ਗਿਆ ਜਿਸ ਰਾਹ ਅੱਜ ਪੁੱਤਰ ਪੈ ਗਿਆ, ਕਿਉਂਕਿ ਦੋਵਾਂ ਤੇ ਜਿਹੜਾ ਕਰਜ਼ੇ ਦਾ ਬੋਝ ਸੀ ਉਹ ਬਹੁਤ ਭਾਰਾ ਸੀ। 26 ਲੱਖ ਦੇ ਕਰੀਬ ਇਹਨਾਂ ਨੇ ਕਰਜ਼ਾ ਦੇਣਾ ਸੀ। ਸੋ ਇਹ ਜਿਹੜਾ ਪਿਤਾ ਸੀ ਸੰਤੋਖ ਸਿੰਘ, ਉਹਦੇ ਪਿੱਛੇ ਪੁੱਤ ਸਿਮਰਜੀਤ ਸਿੰਘ ਜਿਹੜਾ ਸਿਵਿਆਂ ਦੇ ਰਾਹ ਪੈ ਗਿਆ ਜੀ। ਦੁੱਖ ਦੀ ਗੱਲ ਇਹ ਹੈ, ਚਿੰਤਾ ਦਾ ਵਿਸ਼ਾ ਇਹ ਹੈ ਕਿ ਪਹਿਲਾਂ ਅਸੀਂ ਦੇਖਦੇ ਸੀ ਕਿ 60-70 ਸਾਲ ਦੀ ਉਮਰ 'ਚ ਜਿਹੜੀਆਂ ਖੁਦਕੁਸ਼ੀਆਂ ਜ਼ਿਆਦਾ ਕਰਦੇ ਸੀਗੇ ਲੋਕ, ਕਿਸਾਨ ਜ਼ਿਆਦਾ ਕਰਦੇ ਸਨ। ਫਿਰ ਉਹ ਉਮਰ 40, 45, 50 ਵਾਲਿਆਂ ਦੀ ਜ਼ਿਆਦਾ ਆ ਗਈ। ਆ ਕੁਝ ਮਹੀਨਿਆਂ ਤੋਂ ਅਸੀਂ ਦੇਖ ਰਹੇ ਹਾਂ ਕਿ ਨੌਜਵਾਨ ਕਿਸਾਨ ਹੈ ਜਿਹੜੇ, ਜਿੱਦਾਂ ਸਿਮਰਜੀਤ ਸਿੰਘ ਆ, ਇੱਕ ਦਿਨ ਪਹਿਲਾਂ ਇੱਕੋ ਦਿਨ 2 ਕਿਸਾਨਾਂ ਦੇ ਬੇਟੇ, ਇੱਕ 34 ਸਾਲ ਦਾ ਸੀਗਾ ਮੋਗੇ ਤੇ ਇੱਕ 20-22 ਸਾਲ ਦਾ ਸੀਗਾ ਬਰੇਟੇ ਲਾਗੇ, ਉਹ ਇੱਕੋ ਦਿਨ 'ਚ 2 ਕਿਸਾਨਾਂ ਦੇ ਬੇਟੇ ਇਸ ਤਰ੍ਹਾਂ ਆਤਮ ਹੱਤਿਆ ਕਰ ਗਏ ਸੀ। ਕਿ ਜਾਨੀ ਕਿਸਾਨ ਦਾ ਅੱਗੋਂ ਬੇਟਾ ਵੀ ਹਿੰਮਤ ਹਾਰ ਰਿਹਾ। ਇਹ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਆ ਕਿ ਕਿਸਾਨ ਤੇ ਹਾਰਿਆ ਹੀ ਹਾਰਿਆ ਸੀਗਾ, ਉਹ ਤੇ ਬਾਜ਼ੀ ਜਿਹੜੀ ਹੈ ਉਹ ਤੇ ਹਾਰਿਆ ਸੀ। ਅੱਗੇ ਜਿਹੜੀ ਪੀੜ੍ਹੀ ਹੈ ਜਿਹਨੇ ਤਕਦੀਰਾਂ ਤੇ ਤਸਵੀਰਾਂ ਸਭ ਕੁਝ ਬਦਲਣਾ ਹੁੰਦਾ, ਜਿਹਦੇ ਕੋਲ ਦਮ ਹੁੰਦਾ, ਜਿਹਦੇ ਕੋਲ ਜੋਸ਼ ਹੁੰਦਾ, ਉਹ ਵੀ ਜ਼ਿੰਦਗੀ ਤੋਂ ਭੱਜ ਰਹੀ ਹੈ। ਇਹਦਾ ਮਤਲਬ ਹੈ ਕਿ ਸਥਿਤੀਆਂ ਪਰਿਸਥਿਤੀਆਂ ਜਿਹੜੀਆਂ ਉਹ ਇੰਨੀਆਂ ਪ੍ਰਤੀਕੂਲ ਹੋ ਗਈਆਂ ਕਿ ਨੌਜਵਾਨੀ ਦਾ ਜਿਹੜਾ ਜਜ਼ਬਾ ਹੈ ਉਹ ਵੀ ਇਹਨਾਂ ਪਰਿਸਥਿਤੀਆਂ ਦੇ ਮੂਹਰੇ ਸਰੈਂਡਰ ਕਰ ਰਿਹਾ, ਸਮਰਪਣ ਕਰ ਰਿਹਾ। ਹੁਣ ਲੋੜ ਹੈ, ਜ਼ਰੂਰਤ ਹੈ ਕਿ ਇਸ ਜੋਸ਼ ਨੂੰ ਜੋ ਢਹਿੰਦੀ ਕਲਾ ਵੱਲ ਜਾਂਦਾ ਪਿਆ, ਜ਼ਿੰਦਗੀ ਤੋਂ ਹਾਰ ਮੰਨ ਰਿਹਾ, ਇਹਨੂੰ ਦੁਬਾਰਾ ਇਹਨੂੰ ਖੜਾ ਕੀਤਾ ਜਾਵੇ, ਇਹਨੂੰ ਸਹਾਰਾ ਦਿੱਤਾ ਜਾਵੇ, ਡਿੱਗਦੇ ਹੌਸਲਿਆਂ ਨੂੰ ਥੰਮਲੇ ਲਾਏ ਜਾਣ। ਸੋ ਇਹਦਾ ਹੱਲ ਇੱਕੋ ਇੱਕ ਹੀ ਬਣਦਾ ਜੀ। ਇਹ ਨਾ ਹੋਵੇ ਕਿ ਸਾਡੇ ਪ੍ਰਕਾਸ਼ ਸਿੰਘ ਬਾਦਲ ਜਿਵੇਂ ਕਹਿ ਦਿੰਦੇ ਆ, ਉੱਥੋਂ ਮੈਂ ਖੋਹ ਕੇ ਲੈ ਆਵਾਂ, ਤੋਤਾ ਸਿੰਘ ਕਈ ਕਾਰਨ ਗਿਣਾ ਦਿੰਦੇ ਆ। ਇਹ ਨਹੀਂ ਚੱਲਣਾ। ਸਭ ਤੋਂ ਵੱਡਾ ਜਿਹੜਾ ਕੰਮ ਉਹ ਇਹੀ ਕਰਨਾ ਪਵੇਗਾ ਕਿ ਇੱਕ ਵਾਰ ਕਿਸੇ ਨਾ ਕਿਸੇ ਤਰੀਕੇ ਨਾਲ, ਜਿੱਦਾਂ ਕਾਰਪੋਰੇਟਾਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਰਾਹਤਾਂ ਦਿੱਤੀਆਂ ਜਾਂਦੀਆਂ, ਵੱਡੀਆਂ ਰਿਆਇਤਾਂ ਪ੍ਰਦਾਨ ਕੀਤੀਆਂ ਜਾਂਦੀਆਂ, ਉਸ ਤਰੀਕੇ ਦੀ ਇੱਕ ਵੱਡੀ ਰਿਆਇਤ ਹੈ ਜਿਹੜੀ ਉਹ ਇਹਨਾਂ ਕਿਸਾਨਾਂ ਨੂੰ ਦੇਣੀ ਹੀ ਪਵੇਗੀ। ਕਿਉਂਕਿ ਚਾਹੇ ਕੋਈ ਫਾਹ ਲੈ ਕੇ ਮਰੇ, ਚਾਹੇ ਕੋਈ ਟ੍ਰੇਨ ਥੱਲੇ ਕੱਟ ਕੇ ਮਰੇ, ਚਾਹੇ ਕੋਈ 35 ਦਾ ਮਰੇ, ਚਾਹੇ ਕੋਈ 25 ਦਾ ਮਰੇ, ਚਾਹੇ ਕੋਈ 75 ਦਾ ਮਰੇ, ਚਾਹੇ ਕੋਈ ਵੀ ਕਾਰਨ ਹੋਵੇ, ਪਰ ਵਜ੍ਹਾ ਅਸਲ ਜਿਹੜਾ ਖੁਦਕੁਸ਼ੀ ਦਾ ਉਹ ਕਰਜ਼ਾ। ਤੋਂ ਇਸ ਵਜ੍ਹਾ ਨੂੰ ਜਿਹੜਾ ਖਤਮ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਬਚਦਾ। ਜੀ ਜੀ।
ਇੱਕ ਜਿਹੜੀ ਹੈ ਜੀ ਇਹ ਵੀ ਚੀਜ਼ ਬਹੁਤ ਇਸ ਟਾਈਮ ਸੰਵੇਦਨਸ਼ੀਲ ਮਸਲਾ ਹੈ, ਅਤੇ ਨਾਲ ਜਿਹੜੇ ਸੜਕ ਹਾਦਸੇ ਆ ਉਹ ਵੀ ਜਿਹੜੇ ਬਹੁਤ ਸੰਵੇਦਨਸ਼ੀਲ ਮਸਲਾ ਆ। ਲੋਕੀ ਸਰਕਾਰਾਂ ਕੋਈ ਵੀ ਇਹਦੇ ਪ੍ਰਤੀ ਕੋਈ ਜਾਗਰੂਕਤਾ ਨਹੀਂ ਦਿਖਾ ਰਹੀਆਂ। ਮਾਨਸੇ ਦੇ ਵਿੱਚ ਬੱਸ ਕਾਰ ਹਾਦਸੇ ਦੇ ਵਿੱਚ 6 ਮੌਤਾਂ। ਇਹ ਉਹ ਖੇਤਰ ਹੈ ਜੀ ਜਿਹਦੇ 'ਚ ਸਾਡੀ ਨਿਗਾਹ ਅੱਗੇ ਨਹੀਂ ਜਾਂਦੀ। ਇਹ ਸੜਕੀ ਹਾਦਸਿਆਂ ਦਾ ਉਹ ਖੇਤਰ ਹੈ, ਸੜਕੀ ਹਾਦਸਿਆਂ ਦਾ ਉਹ ਮਾਮਲਾ ਹੈ ਜਿਹਦੇ 'ਚ ਅਸੀਂ ਗੰਭੀਰਤਾ ਦੇ ਨਾਲ ਨਹੀਂ ਸੋਚਦੇ, ਪਰ ਐਵਰੇਜ ਆ 15 ਤੋਂ 20 ਜਾਨਾਂ ਜਿਹੜੀਆਂ ਰੋਜ਼ਾਨਾ ਸਾਡੇ ਛੋਟੇ ਜਿਹੇ ਸੂਬੇ ਦੇ ਵਿੱਚ, ਜਿਹਦਾ ਖੇਤਰਫਲ ਮੈਨੂੰ ਲੱਗਦਾ ਕਿ 550 ਕਿਲੋਮੀਟਰ ਦੇ ਲਗਭਗ ਹੋਣਾ, ਉਸ ਜੇ ਖਿੱਤੇ ਦੇ ਵਿੱਚ 15 ਤੋਂ 20 ਜਾਨਾਂ ਜਿਹੜੀਆਂ ਸੜਕੀ ਹਾਦਸਿਆਂ 'ਚ ਰੋਜ਼ਾਨਾ ਚਲੀਆਂ ਜਾਂਦੀਆਂ, ਯਾਨੀ ਅਜਾਈ 15 ਤੋਂ 20 ਜਾਨਾਂ ਜਿਹੜੀਆਂ ਸਾਡੀਆਂ ਰੋਜ਼ਾਨਾ ਸੜਕੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੀਆਂ। ਕੁਝ ਲੋਕ ਤੇ ਹੁਣ ਇਹਨੂੰ ਸੜਕੀ ਅੱਤਵਾਦ ਕਹਿੰਦੇ, ਕਿਉਂਕਿ ਕੋਈ ਦਿਨ ਸੁੱਕਾ ਨਹੀਂ ਜਾਂਦਾ। ਹਾਂ, ਸਾਡੀ ਨਜ਼ਰੇ ਖਬਰ ਉਹ ਚੜ੍ਹਦੀ ਹੈ ਜਿਹਦੇ ਵਿੱਚ 10-15 5-7 ਇਕੱਠੇ ਜੀ ਹੈ ਜਿਹੜੇ ਹਲਾਕ ਹੋ ਜਾਣ, ਉਦੋਂ ਸਾਨੂੰ ਲੱਗਦਾ ਕਿ ਸੜਕੀ ਹਾਦਸੇ ਜਿਹੜੇ ਬੜਾ ਗੰਭੀਰ ਵਿਸ਼ਾ ਹੈ। ਪਰ ਆਮ ਤੌਰ ਤੇ ਜਿਹੜੀਆਂ 1-1, 2-2 ਮੌਤਾਂ ਹੁੰਦੀਆਂ ਨੇ, ਉਹਨਾਂ ਨੂੰ ਤੇ ਸਾਡੇ ਅਖਬਾਰ ਵੀ ਹੁਣ ਛਾਪਣਾ ਛੱਡ ਚੁੱਕੇ ਆ। ਪਰ ਇਹ ਮਸਲਾ ਆਪਣੇ ਆਪ ਦੇ ਵਿੱਚ, ਜਿਵੇਂ ਅੱਗੇ ਕਿਸਾਨ ਖੁਦਕੁਸ਼ੀਆਂ ਦੀ ਗੱਲ ਕਰਦੇ ਆਏ ਆ, ਤਾਂ ਇਹ ਵੀ ਆਪਣੇ ਆਪ ਦੇ ਵਿੱਚ ਬੜਾ ਜਟਿਲ ਮਸਲਾ ਆ, ਬੜਾ ਗੁੰਝਲਦਾਰ ਮਸਲਾ ਆ ਕਿ ਇਹ ਜਿਹੜੀਆਂ ਸੜਕਾਂ ਨੇ ਪੰਜਾਬ ਦੀਆਂ, ਉਹ ਖੂਨ ਦੀਆਂ ਪਿਆਸੀਆਂ ਹੋ ਚੁੱਕੀਆਂ। ਇੱਥੇ ਰੱਤ ਹੈ ਜਿਹੜੀ ਉਹ ਰੋਜ਼ਾਨਾ ਡੁੱਲਦੀ ਹੈ। ਔਰ ਇਹਦਾ ਕਾਰਨ ਇਹ ਹੈ ਜੀ ਕਿ ਇੱਥੇ ਜੋ ਮਸ਼ੀਨਰੀ ਜਿਸ ਹਿਸਾਬ ਨਾਲ ਉਹਦੀ ਬਹੁਤਾਤ ਆ, ਉਹਦੇ ਮੁਕਾਬਲੇ ਇੱਕ ਤੇ ਜਿਹੜਾ ਟ੍ਰੈਫਿਕ ਵਾਲਿਆਂ ਦੀ ਜਿਹੜੀ ਨਫਰੀ ਹੈ ਉਹ ਬੜੀ ਘੱਟ ਹੈ, ਔਰ ਦੂਸਰੀ ਕਿ ਜਿਹੜੇ ਮਸ਼ੀਨਰੀ ਲਈ ਫਿਰਦੇ ਆ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਹੈ ਉਹ ਜੋ ਸਾਡੇ ਰੂਲਸ ਹੁੰਦੇ ਆ, ਸੜਕਾਂ ਦੀਆਂ ਜਿਹੜੀਆਂ ਇੱਕ ਤਰ੍ਹਾਂ ਨਾਲ ਕਹਿ ਲਈਏ ਪਾਬੰਦੀਆਂ ਹੁੰਦੀਆਂ ਡਰਾਈਵਰ ਤੇ, ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਦੇਖ ਵਿਚਾਰਨ ਵਾਲੀਆਂ। ਸੋ ਉਹ ਨਾ ਤੇ ਤਜਰਬਾ ਹੈ, ਨਾ ਹੀ ਇੰਨੀ ਜਾਗਰੂਕਤਾ ਕਿ ਅਸੀਂ ਕਿਸ ਤਰ੍ਹਾਂ ਤਰੀਕੇ ਨਾਲ ਚੱਲਣਾ ਹੈ, ਕੀ ਸਾਡੀ ਸਪੀਡ ਲਿਮਟ ਹੈ, ਉਹ ਚੀਜ਼ਾਂ ਸਾਰੀਆਂ ਇੱਥੇ ਹੈ ਨਹੀਂ। ਨਾ ਤੇ ਉਹਨਾਂ ਨੂੰ ਕੋਈ ਲਾਗੂ ਕਰਵਾਉਣ ਵਾਲਾ ਹੈ ਤੇ ਨਾ ਹੀ ਕੋਈ ਦਿਲਚਸਪੀ ਨਾਲ ਲਾਗੂ ਕਰਨ ਵਾਲਾ ਹੈ। ਦੋਵੇਂ ਧਿਰਾਂ ਹੀ ਇੱਥੇ ਜਿਹੜੀਆਂ ਉਹ ਅਵੇਸਲੀਆਂ, ਤੇ ਦੋਵੇਂ ਧਿਰਾਂ ਦੇ ਵਿੱਚੋਂ ਇੱਕ ਧਿਰ ਉਹ ਆ ਜਿਹੜੀ ਸਭ ਤੋਂ ਜ਼ਿਆਦਾ ਖਮਿਆਜਾ ਭੁਗਤ ਰਹੀ ਹੈ, ਕਿਉਂਕਿ ਜਿਹੜੇ ਟ੍ਰੈਫਿਕ ਵਾਲੇ ਬਚੇ ਖੁਚੇ ਹੈਗੇ ਆ ਉਹ ਤੇ ਚੌਂਕਾਂ 'ਚੋਂ ਆਪਣੀ ਦਿਹਾੜੀ ਬਣਾ ਕੇ ਮੁੜ ਜਾਂਦੇ ਆ, ਪਰ ਜਿਹੜੇ ਇਹ ਵਿਚਾਰੇ ਕਈ ਵਾਰ ਘਰੇ ਮੁੜਦੇ ਹੀ ਨਹੀਂ, ਮੁਰਦੇ ਹੋ ਕੇ ਜਾਂਦੇ ਆ। ਜੀ ਬਿਲਕੁਲ। ਅਤੇ ਅਗਲੀ ਜੇ ਆਪਾਂ ਗੱਲ ਕਰੀਏ, ਸਿਕੰਦਰ ਸਿੰਘ ਮਲੂਕਾ ਹੋਣਾ ਨੇ ਆਖਿਆ ਵੀ ਮੈਂ ਕੇਜਰੀਵਾਲ ਖਿਲਾਫ ਲੜਨ ਲਈ ਹਾਂ ਤਿਆਰ। ਮੈਂ ਸੋਚ ਰਿਹਾ ਸੀਗਾ ਜੀ, ਜਦੋਂ ਭਗਵੰਤ ਮਾਨ ਨੇ ਇੱਛਾ ਪ੍ਰਗਟ ਕੀਤੀ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ, ਉੱਤੋਂ ਗ੍ਰੀਨ ਸਿਗਨਲ ਹੋ ਜੇ ਮੈਂ ਝੰਡੇ ਬਰਾਬਰ ਕੱਢ ਦਿਆਂਗਾ। ਮੈਂ ਸੋਚ ਰਿਹਾ ਸੀਗਾ ਕਿ ਸਿਕੰਦਰ ਸਿੰਘ ਮਲੂਕਾ ਇਸ ਵਾਰੀ ਮੈਦਾਨ 'ਚ ਨਹੀਂ ਆਏ, ਕਿਉਂਕਿ ਡੋਪ ਟੈਸਟ ਵਾਲੀ ਜਦੋਂ ਚੁਣੌਤੀ ਦਿੱਤੀ ਸੀ ਭਗਵੰਤ ਮਾਨ ਹੋਰਾਂ ਨੇ, ਤਾਂ ਸਿਕੰਦਰ ਸਿੰਘ ਮਲੂਕਾ ਨੇ ਬਿੰਦ ਨਹੀਂ ਸੀ ਲਾਈ, ਥਾਪੀ ਮਾਰ ਕੇ ਮੈਦਾਨ 'ਚ ਆਉਂਦਿਆਂ ਕਿਹਾ ਸੀ ਕਿ ਮੈਂ ਡੋਪ ਟੈਸਟ ਕਰਵਾਉਣਾ, ਤੁਸੀਂ ਆਓ ਜਿਹਨੇ ਆਉਣਾ। ਸੋ ਮੈਨੂੰ ਲੱਗਦਾ ਸੀ ਕਿ ਸਿਕੰਦਰ ਸਿੰਘ ਮਲੂਕਾ ਇਹੋ ਜਿਹਾ ਮੌਕਾ ਜਿਹੜਾ ਹੱਥੋਂ ਨਹੀਂ ਜਾਣ ਦਿੰਦੇ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਨੰਬਰ ਬਣਦੇ ਹੋਣ, ਕਿਉਂਕਿ ਸਿਆਸਤ ਹੈ ਜਿਹੜੀ ਨੰਬਰ ਗੇਮ ਆ। ਸੋ ਨੰਬਰ ਗੇਮ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਕਦੇ ਵੀ ਮਾਤ ਨਹੀਂ ਖਾਂਦੇ। ਹਾਂ, ਇਸ ਮਾਮਲੇ 'ਚ ਥੋੜਾ ਜਿਹਾ ਲੇਟ ਹੋ ਗਏ, ਉਹਨਾਂ ਨੇ ਝੰਡੀ ਹੁਣ ਫੜ ਲਈ ਹੈ। ਜੇ ਕਹਿ ਲਈਏ ਅਕਾਲੀ ਦਲ ਦੇ ਵਿੱਚ ਜੇ ਝੰਡੀ ਫੜਨ ਵਾਲਾ ਮਹਿਕਮਾ ਉਹ ਸਰਦਾਰ ਸਿਕੰਦਰ ਸਿੰਘ ਮਲੂਕਾ ਦੇ ਪਾਸ ਹੀ ਹੈ। ਸੋ ਝੰਡੀ ਇਹਨਾਂ ਨੇ ਫਿਰ ਫੜ ਲਈ ਹੈ ਕਿ ਮੈਂ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਚੋਣ ਲੜਨ ਲਈ ਤਿਆਰ ਹਾਂ। ਸੋ ਚੋਣ ਜਿਹੜੀ ਉਹ ਤੇ ਹੁਣ ਦੇਖੋ ਪੰਜਾਬ ਦੇ ਵਿੱਚ ਲੜੀ ਜਾਣੀ ਹੈ। ਉਹ ਕਿਸੇ ਨੇ ਕਿਹਾ ਸੀ ਕਿ ਨਾਈਆ ਮੇਰੇ ਵਾਲ ਕਿੱਡੇ ਕਿੱਡੇ ਆ, ਉਹਨੇ ਆਖਿਆ ਜੇ ਜ਼ਮਾਨਾ ਮਿੰਟ ਕੋ ਠਹਿਰ ਜਾ, ਜਿੱਡੇ ਹੈਗੇ ਧੂਲੀ 'ਚ ਹੋਣੇ ਆ, ਦੇਖ ਲੈ ਕਿੱਡੇ ਕਿੱਡੇ ਆ। ਸੋ ਇਹ ਤੇ ਹੁਣ ਜਿਹੜਾ 2017 ਆਉਣ ਹੀ ਵਾਲਾ ਪਤਾ ਲੱਗ ਜਾਣਾ ਕਿ ਕਿਹਦੇ ਵਾਲ ਕਿੱਡੇ ਕਿੱਡੇ ਆ, ਕਿਹਦੇ 'ਚ ਕਿੰਨਾ ਕੁ ਦਮ ਆ। ਇਹ ਤੇ ਉਤਾਵਲੇ ਹੋਣ ਦੀ ਜ਼ਰੂਰਤ ਨਹੀਂ ਹੈ। ਹਾਂ, ਭਗਵੰਤ ਮਾਨ ਹੋਰਾਂ ਦਾ ਵੀ ਇਹੋ ਹੀ ਹਾਲ ਹੈ ਕਿ ਉਹ ਇੱਛਾ ਜ਼ਾਹਰ ਕਰ ਗਏ ਤੇ ਇੱਕ ਨਵਾਂ
ਜਿਹੜਾ ਪੁਆੜਾ ਪਾ ਕੇ ਸਿਆਸਤ ਦੇ ਵਿੱਚ ਹੁਣ ਉਸੇ ਇੱਛਾ ਦੀ ਇਹਨਾਂ ਨੇ ਇੱਛਾ ਬਣਾ ਲਈ ਕਿ ਮੇਰੀ ਇੱਛਾ ਅਰਵਿੰਦ ਕੇਜਰੀਵਾਲ ਦੇ ਬਰਾਬਰ ਚੋਣ ਲੜਨ ਦੀ, ਤੇ ਕਹਿੰਦੇ ਕਿ ਮੇਰੀ ਪਾਰਟੀ ਆਖੋ ਤੇ ਮੈਂ ਦਿੱਲੀ ਦੇ ਵਿੱਚ ਵੀ ਜਾ ਕੇ ਚੋਣ ਲੜ ਲਊਂਗਾ। ਤੇ ਦਿੱਲੀ ਦੇ ਵਿੱਚ ਚੋਣ ਲੜਨ ਦਾ ਜਿਹੜਾ ਖਿਆਲ ਸੀ ਉਹ ਤੇ ਸ਼ਾਇਦ ਲੇਟ ਹੋ ਗਏ, ਸਾਲ ਪਹਿਲਾਂ ਇਹ ਜੇ ਬੱਸ ਚੜ੍ਹ ਕੇ ਉੱਥੇ ਚਲੇ ਜਾਂਦੇ ਤੇ ਇਹ ਚਾਅ ਪੂਰਾ ਹੋ ਜਾਣਾ ਸੀ, ਪਰ ਦਿੱਲੀ ਦੀ ਚੋਣ ਲੰਘ ਗਈ ਹੈ। ਕੋਈ ਗੱਲ ਨਹੀਂ, ਅਰਵਿੰਦ ਕੇਜਰੀਵਾਲ ਜੇ ਨਾ ਵੀ ਆਇਆ ਪੰਜਾਬ ਦੇ ਵਿੱਚ ਉਹਦੀ ਪਾਰਟੀ ਹੈ, ਉਹਦੇ ਵੱਡੇ ਵੱਡੇ ਚਿਹਰੇ ਮੈਦਾਨ ਚ ਆਏ ਨੇ, ਜਿੱਥੇ ਵੀ ਚਾਲ ਲਾਉਣਾ ਹੋਇਆ ਦੋਵੇਂ ਧਿਰਾਂ ਹੀ ਲਾ ਲੈਣ, ਕਿਉਂਕਿ ਇੱਕ ਦੂਜੇ ਨੂੰ ਇਹ ਨਾ ਕਹਿਣ ਕਿ ਸਾਨੂੰ ਪਤਾ ਨਹੀਂ ਲੱਗਾ ਸੀ ਰਹਿ ਗਏ, ਹੁਣ ਤੇ ਘੋੜੇ ਦਾ ਮੈਦਾਨ। ਪਰ ਜਿਹੜੀ ਦਿਲਚਸਪ ਇਹ ਹੈ ਕਿ ਸਾਡੇ ਵੇਲੇ ਅਸੀਂ ਉੱਥੇ ਜਦੋਂ ਕਬੱਡੀ ਖੇਡਦੇ ਹੁੰਦੇ ਸੀ ਤੇ ਅਸੀਂ ਦੇਖਦੇ ਹੁੰਦੇ ਸੀ ਕਿ ਉਹ ਜਦੋਂ ਘੁੱਲਣ ਵਾਲਿਆਂ ਦੀ ਵਾਰੀ ਆਉਂਦੀ ਤੇ ਉਹ ਇੱਕ ਵੈਸੇ ਵਿੱਚ ਰੱਖਿਆ ਹੁੰਦਾ ਸੀਗਾ ਕਿ ਉਹ ਝੰਡੀ ਨੂੰ ਜਾ ਕੇ ਹੱਥ ਪਾ ਲੈਂਦਾ ਸੀ। ਉਹਦਾ ਕੰਮ ਇਹ ਹੁੰਦਾ ਸੀ ਕਿ ਝੰਡੀ ਫੜ ਲੈਣੀ ਹੈ, ਇੱਕ ਵਾਰੀ ਬੱਲੇ ਬੱਲੇ ਹੋ ਜਾਣੀ, ਜੇ ਰੌਲਾ ਪੈ ਗਿਆ, ਜੇ ਘੁੱਲਾ ਪੈ ਗਿਆ ਫੇਰ ਉਹਨੇ ਬਹਾਨਾ ਬਣਾ ਕੇ ਨਿਕਲ ਜਾਣਾ, ਕਿਤੇ ਇਹ ਨਾ ਹੋਵੇ ਝੰਡੀ ਫੜਨ ਨੂੰ ਬਲਿਆਰਾ ਤੇ ਕੁਸ਼ਤੀ ਲੜਨ ਵੇਲੇ ਅੱਗੇ ਕਰਤਾਰਾ ਕਰੀ ਜਾਣ। ਜੀ ਜੀ ਜੀ, ਕੋਈ ਵੱਡੀ ਗੱਲ ਨਹੀਂ ਜੀ, ਇਹੀ ਪੋਲੀਟਿਕਸ, ਇਹੀ ਸਿਆਸਤ ਆ। ਸਰਕਾਰ ਨੇ ਜੀ ਹੁਸ਼ਿਆਰ ਵਿਦਿਆਰਥੀਆਂ ਨੂੰ ਮਾਲੋ ਮਾਲ ਕਰ ਦੇਣਾ, ਕਹਿੰਦੇ ਜੀ 10 ਰੁਪਏ ਮਹੀਨਾਵਾਰ ਵਜ਼ੀਫੇ ਦਾ ਐਲਾਨ। ਮੈਨੂੰ ਤਾਂ ਇਹ ਚਿੰਤਾ ਸਤਾਉਂਦੀ ਹੈ ਜੀ, ਏਡੀ ਭਾਰੀ ਰਕਮ ਲੈ ਕੇ ਵਿਦਿਆਰਥੀ ਘਰੇ ਕਿਵੇਂ ਜਾਏਗਾ? ਉਹਨੂੰ ਤੇ ਗੱਡਾ ਲਿਆਉਣਾ ਪੈਣਾ ਘਰੋਂ, ਜੇ ਘਰੇ ਨਾ ਹੋਇਆ ਤੇ ਉਹਨੂੰ ਆਂਢ ਗੁਆਂਢੋਂ ਗੱਡਾ ਬਲਦ ਲੈ ਕੇ ਆਉਣਾ। ਏਡਾ ਵੱਡਾ ਜਿਹੜਾ ਵਜ਼ੀਫਾ ਹੈ ਉਹ ਲੱਦ ਕੇ ਕਿਵੇਂ ਲਿਜਾਏਗਾ? ਉਹ ਆਪਣੇ ਆਪ ਦੇ ਵਿੱਚ ਇਹ ਵੀ ਸਵਾਲ ਹੈ। ਔਰ ਦੂਜਾ ਸਵਾਲ ਇਹ ਹੈ ਕਿ ਕੱਲੀ ਜਿੰਦ ਜੇ ਰਾਹ ਬਗਾਹੇ ਏਡੀ ਵੱਡੀ ਰਕਮ ਲੁੱਟੀ ਕੀਤੀ, ਉਹ ਗਰੀਬ ਮਾਰਿਆ ਜਾਏਗਾ, ਕਿਉਂਕਿ ਬਹੁਤ ਲੰਮਾ ਸਮਾਂ ਉਸ ਵਜ਼ੀਫੇ ਨਾਲ ਨਿਕਲ ਸਕਦਾ ਹੈ। ਇਹ 10 ਰੁਪਈਆਂ ਵਾਲਾ ਜਿਹੜਾ ਵਜ਼ੀਫਾ ਹੈ, ਮਹੀਨਾਵਾਰੀ ਵਜ਼ੀਫਾ ਹੈ, ਕਿ ਮਹੀਨੇ ਬਾਅਦ ਜਿਹੜੇ ਹੁਸ਼ਿਆਰ ਵਿਦਿਆਰਥੀ ਉਹਨਾਂ ਨੂੰ 10 ਰੁਪਏ ਮਹੀਨਾਵਾਰ ਵਜ਼ੀਫੇ ਦੇ ਨਾਲ ਨਵਾਜਿਆ ਜਾਵੇਗਾ। ਔਰ ਇਹ ਜਿਹੜੀ ਐਡੀ ਵੱਡੀ ਰਕਮ ਹੈ ਉਹ ਐਰੇ ਗਹਿਰੇ ਨੱਥੂ ਖੈਰੇ ਨੂੰ ਨਹੀਂ ਜੇ ਮਿਲਣੀ, ਉਹਦੇ ਲਈ ਵੀ ਇੱਕ ਸ਼ਰਤ ਰੱਖੀ ਹੈ। ਸ਼ਰਤ ਕੀ ਹੈ? ਉਹ ਸ਼ਰਤ ਇਹ ਹੈ ਕਿ ਇਹ ਉਸ ਭਾਗਾਂ ਵਾਲੇ ਵਿਦਿਆਰਥੀ ਦੇ ਖੀਸੇ 'ਚ ਪੈਣੀ ਹੈ ਜਿਹਦੇ ਮਾਪਿਆਂ ਦੀ ਜਿਹੜੀ ਆਮਦਨ ਆ ਉਹ 500 ਰੁਪਏ ਹੋਏਗੀ ਮਹੀਨੇ ਦੀ। ਹੁਣ ਤੁਸੀਂ ਦੇਖੋ, ਜੇ ਅਸੀਂ ਜੰਡ ਦੇ ਥੱਲੇ 4 ਇੱਟਾਂ ਵੀ ਰੱਖ ਦਈਏ ਨਾ ਤਾਂ ਮਹੀਨੇ ਦੀ ਆਮਦਨ ਉੱਥੇ ਵੀ 5000 ਤੋਂ ਜ਼ਿਆਦਾ ਆ, ਕਿਉਂਕਿ ਇੱਥੇ 500 ਰੁਪਏ ਤੋਂ ਥੱਲੇ ਤੇ ਗੁਜ਼ਾਰਾ ਕਿਸੇ ਦਾ ਹੋ ਹੀ ਨਹੀਂ ਸਕਦਾ, ਕਿਉਂਕਿ ਲੂਣ ਦੀ ਜਿਹੜੀ ਗੁੱਥੀ ਹੈ ਉਹ ਵੀ 15-20 ਰੁਪਈਆਂ ਦੀ ਆਉਂਦੀ ਆ। ਸੋ ਇਹ ਜਿਹੜੀ ਆਮਦਨ ਵਾਲਾ ਕਿ 500 ਰੁਪਏ ਦੀ ਆਮਦਨ ਵਾਲਾ, ਮੈਨੂੰ ਲੱਗਦਾ ਕਿ ਇਸ ਘੇਰੇ 'ਚ ਕੋਈ ਆਉਣਾ ਹੀ ਨਹੀਂ। ਜੇਕਰ ਆ ਵੀ ਗਿਆ ਕੋਈ ਤੇ ਕਿਸੇ ਨੇ ਇਹ ਵਜ਼ੀਫਾ ਲੈਣਾ ਹੀ ਨਹੀਂ, ਕਿਉਂਕਿ ਅਸਲ ਦੇ ਵਿੱਚ ਇਹ ਵਜ਼ੀਫਾ ਨਹੀਂ, ਲਤੀਫਾ ਆ, ਲਤੀਫਾ। ਜੀ ਬਿਲਕੁਲ ਜੀ, ਕੋਰਾ ਮਜ਼ਾਕ ਜਿਹੜਾ ਆ ਬੱਚਿਆਂ ਦੇ ਨਾਲ, ਉਹਨਾਂ ਦੇ ਨਾਲ ਹੋ ਰਿਹਾ। ਅਗਲੀ ਗੱਲ ਕਰਦੇ ਹਾਂ ਵੀ ਜੇਲ੍ਹ ਅੰਦਰ ਬਾਲ ਆਈ ਤੇ ਬਾਲ ਦੇ ਵਿੱਚ ਨਾਲ ਮਾਲ ਆਇਆ। ਇਹ ਦੇਖ ਲਓ ਜੀ ਕਿ ਮਾਲ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਆਉਂਦਾ ਜੇਲ੍ਹ ਦੇ ਵਿੱਚ। ਇੱਕ ਵਾਰੀ ਮੂੰਗਫਲੀ ਫੜੀ ਗਈ ਸੀਗੀ, ਉਸ ਸਮੇਂ ਮੈਂ ਵੀ ਉੱਥੇ ਸੀਗਾ, ਤੇ ਮੂੰਗਫਲੀ ਫੜੀ ਗਈ ਸੀ। ਉਹ ਕੀ ਕੀਤਾ ਕੈਦੀ ਨੇ ਕਿ ਮੂੰਗਫਲੀ ਉਹਦੇ ਘਰਦਿਆਂ ਨੇ ਤੋੜ ਕੇ ਵਿੱਚ ਸਮਾਨ ਭਰਤਾ ਤੇ ਫੈਵੀਕੋਲ ਦੇ ਨਾਲ ਫਿਰ ਮੂੰਗਫਲੀ ਉਸੇ ਤਰ੍ਹਾਂ ਹੀ ਜੋੜ ਦਿੱਤੀ। ਉਹ ਇੱਕ ਪੁਲਿਸ ਵਾਲੇ ਨੇ ਫੜ ਕੇ ਕਿਤੇ ਇੱਕ ਉਹ ਟੋਡਾ ਜਿਹਾ ਤੋੜ ਲਿਆ ਤੇ ਉਹ ਵਿੱਚੋਂ ਗੋਲੀਆਂ ਖਿਲਰ ਗਈਆਂ, ਸਾਰੀ ਖੇਡ ਉੱਥੇ ਖਿਲਰ ਗਈ। ਇਸੇ ਤਰ੍ਹਾਂ ਪੇਸਟਾਂ ਦੇ ਵਿੱਚ ਸਮਾਨ ਲਿਆਉਂਦੇ ਰਹੇ ਕੈਦੀ। ਇੱਕ ਕੈਦੀ ਉੱਥੇ ਫੜਿਆ ਗਿਆ ਸੀਗਾ, ਉਹਨੇ ਜੀ ਕੀ ਕੀਤਾ ਕਿ ਗੋਲੀਆਂ ਦਾ ਪੈਕਟ ਬੰਨ ਕੇ ਆਪਣੇ ਪੇਟ 'ਚ ਲੰਘਾ ਲਿਆ ਤੇ ਉਹਦੇ ਮੂਹਰੇ ਜਿਹੜਾ ਧਾਗਾ ਬੰਨਿਆ ਸੀ ਉਹਨੂੰ ਦੰਦ 'ਚ ਫਸਾ ਲਿਆ। ਸੋ ਉਹ ਕਿਤੇ ਜਦੋਂ ਨਿਗਾਹ ਪਈ ਇੱਕ ਸਿਪਾਹੀ ਦੀ ਕਿ ਇਹਨੇ ਦੰਦ ਨਾਲ ਧਾਗਾ ਕਾਹਤੋਂ ਫੜਿਆ ਘੁੱਟ ਕੇ, ਸੋ ਉਹ ਧਾਗਾ ਜਦੋਂ ਕਢਾਇਆ ਤੇ ਪੇਟ ਦੇ ਵਿੱਚੋਂ ਨਾਲ ਹੀ ਪੈਕਟ ਦੇ ਵਿੱਚ ਜਿਹੜਾ ਪੋਲੀਥੀਨ ਦਾ ਛੋਟਾ ਜਿਹਾ ਵਾਈਟ ਜਿਹਾ ਲਿਫਾਫਾ ਹੁੰਦਾ ਉਹ ਬਾਹਰ ਨਿਕਲ ਆਇਆ, ਉਹਦੇ 'ਚ ਗੋਲੀਆਂ। ਇਹ ਕੈਦੀ ਤੇ ਸੰਤਰੀ ਦੀ ਜਿਹੜੀ ਇਹ ਲੁਕਣ ਮਚਾਈ ਵਾਲੀ ਖੇਡ ਚੱਲਦੀ ਰਹਿੰਦੀ ਹੈ। ਪਰ ਹੁਣ ਉੱਥੋਂ ਨਿਕਲਣ ਦੀ ਥਾਂ ਤੇ ਮਾਲ ਹੈ ਜਿਹੜਾ ਉਹ ਬਾਹਰੋਂ ਸੁੱਟਿਆ ਜਾਂਦਾ ਪਿਆ। ਜਿਵੇਂ ਇਹ ਬਾਲ ਜਿਹੜੀ ਹੈ ਉਹ ਬਾਹਰੋਂ ਸੁੱਟੀ ਗਈ ਤੇ ਉਹ ਜਿਹੜੀ ਮੰਦੇ ਭਾਗੀ ਉਹ ਨਜ਼ਰ ਪੈ ਗਈ ਕਿਸੇ ਸੰਤਰੀ ਤੇ, ਜਾਂ ਇਹ ਵੀ ਹੋ ਸਕਦਾ ਕਿਉਂਕਿ ਬਾਲ ਕਾਸਕੋ ਦੀ ਉਹਨੇ 2-3 ਵਾਰੀ ਜੰਪ ਕੀਤਾ ਹੋਵੇ ਤੇ ਕਿਸੇ ਦੀ ਨਜ਼ਰ ਉਧਰ ਗਈ ਚਲੀ ਹੋਵੇ, ਇਸ ਕਰਕੇ ਉਹ ਗਲਤ ਹੱਥਾਂ 'ਚ ਚਲੇ ਗਈ। ਜਦੋਂ ਉਹਨਾਂ ਨੇ ਬਾਲ ਦੇਖੀ ਤਾਂ ਬਾਲ ਦੇ ਵਿੱਚ ਟੱਕ ਸੀਗਾ, ਉਹਨੂੰ ਥੋੜਾ ਜਿਹਾ ਚੌੜਾ ਕੀਤਾ ਤੇ ਵਿੱਚੋਂ ਹੈਰੋਇਨ
ਔਰ ਜੀ। ਗੋਲੀਆਂ ਜਿਹੜੀਆਂ ਨਿਕਲ ਆਈਆਂ। ਹਾਲਾਂਕਿ ਮਾਮਲਾ ਨਾ ਤੇ ਸੁੱਟਣ ਵਾਲੇ ਤੇ ਹਾਲੇ ਤੱਕ ਦਰਜ ਹੋਇਆ, ਕਿਉਂਕਿ ਪਤਾ ਨਹੀਂ ਕੌਣ ਸੁੱਟ ਗਿਆ, ਤੇ ਨਾ ਉਹ ਕਿਹਦੇ ਲਈ ਡਾਕ ਆਈ ਸੀ, ਕਿਹਦੇ ਲਈ ਤਾਰ ਆਈ ਸੀ, ਨਾ ਹੀ ਉਹ ਪਤਾ ਲੱਗ ਸਕਿਆ ਹਾਲੇ ਤੱਕ। ਪਰ ਇਹ ਸਿਲਸਿਲਾ ਜਿਹੜਾ ਜ਼ਿਲ੍ਹਾ ਦੇ ਵਿੱਚ ਹੁਣ ਚੱਲ ਪਿਆ, ਕਿਉਂਕਿ ਤੁਸੀਂ ਯਾਦ ਕਰੋ ਥੋੜਾ ਜਿਹਾ ਕਿ ਬਠਿੰਡੇ ਦੇ ਵਿੱਚ ਇਸੇ ਜੇਲ੍ਹ ਦੇ ਅੰਦਰ ਗੈਂਗਵਾਰ ਹੋਈ ਸੀ, ਜਿੱਥੋਂ ਦੀ ਇਹ ਘਟਨਾ ਹੈ ਬਾਲ ਵਾਲੀ। ਸੋ ਉੱਥੇ ਜਿਹੜਾ ਪਿਸਤੌਲ ਆਇਆ ਸੀ, ਬਿਲਕੁਲ ਸਿਮਿਲਰ ਇਹੀ ਤਰੀਕਾ ਵਰਤਿਆ ਗਿਆ ਸੀ। 18 ਫੁੱਟ ਕੰਧ ਜਿਹੜੀ ਉੱਚੀ ਹੁੰਦੀ ਹੈ ਜੇਲ੍ਹ ਦੀ, ਬਾਉਂਡਰੀ ਵਾਲ ਜਿਹਨੂੰ ਕਹਿੰਦੇ ਆ, ਉਹ ਜੇਲ੍ਹੀ ਭਾਸ਼ਾ ਦੇ ਵਿੱਚ ਉਹਨੂੰ ਕੋਟ ਮੌਕਾ ਕਹਿੰਦੇ। ਕੋਟ ਮੌਕੇ ਉਹ ਰਿਵਾਲਵਰ ਹੈ, ਉਹ ਪਿਸਤੌਲ ਸੀਗਾ ਜਿਹੜਾ ਅੰਦਰ ਲਿਆਂਦਾ ਗਿਆ ਸੀ, ਉਹੀ ਤਰੀਕਾ ਹੁਣ ਵਰਤਿਆ ਜਾ ਰਿਹਾ। ਇਹ ਤੇ ਹੁਣ ਜਿਹੜੀ ਹੈ ਉਹ ਉਸ ਬੰਦੇ ਦੀ ਕਿਸਮਤ ਮਾੜੀ ਕਿ ਬਾਲ ਹੈ ਜਿਹੜੀ ਉਹਦੇ ਦਸਤਾਨਿਆਂ ਦੇ ਨਹੀਂ ਪਹੁੰਚੀ, ਬਾਲ ਕਿੱਲੀਆਂ ਨੂੰ ਜਾ ਵੱਜੀ, ਜਿਹੜੀ ਉਹ ਕਲੀਨ ਬੋਲਡ ਹੋ ਗਿਆ, ਨਹੀਂ ਤੇ ਛੱਕਾ ਵੱਜ ਗਿਆ ਸੀ। ਪਰ ਇਹ ਇੱਕ ਕੈਦੀਆਂ ਦੀ ਔਰ ਪੁਲਿਸ ਦੀ ਲੁਕਣ ਮੀਚੀ ਵਾਲੀ ਖੇਡ ਹੈ। ਕਦੇ ਉਹਨਾਂ ਦਾ ਦਾਅ ਲੱਗ ਜਾਂਦਾ, ਕਦੇ ਉਹਨਾਂ ਦਾ ਦਾਅ ਲੱਗ ਜਾਂਦਾ। ਪਰ ਜਿਹੜੇ ਇਸ ਤਰ੍ਹਾਂ ਦੇ ਤਰੀਕੇ ਵਰਤਦੇ ਆ, ਉਹ ਮਾਸਟਰ ਕੈਦੀ ਹੈ ਜਿਹੜੇ ਖਰਚਾ ਪਾਣੀ ਨਹੀਂ ਚਾੜ ਸਕਦੇ, ਜਿਹੜੇ VIP ਕੈਦੀ ਆ, ਖਰਚੇ ਵਾਲੇ ਕੈਦੀ ਆ, ਉਹਨਾਂ ਦਾ ਮਾਲ ਤੇ ਮਾਲ ਗੱਡੀਆਂ ਲੈ ਕੇ ਆਪ ਹੀ ਸਟੇਸ਼ਨ ਤੇ ਆ ਜਾਂਦੀਆਂ। ਜੀ ਬਿਲਕੁਲ ਜੀ, ਹਰੀ ਝੰਡੀ ਲੈ ਕੇ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਪੰਜਾਬ ਪੁਲਿਸ ਦੇ ਅੰਦਰ ਕਹਿੰਦੇ ਜੀ ਚੱਲ ਰਿਹਾ ਜਾਤੀਵਾਦ ਦਾ ਮੁੱਦਾ। ਅਸਲ ਦੇ ਵਿੱਚ ਕੋਈ ਐਸੀ ਥਾਂ ਹੈ ਹੀ ਨਹੀਂ ਇਸ ਮੁਲਕ ਦੇ ਅੰਦਰ ਜਿੱਥੇ ਜਾਤੀਵਾਦ ਨਹੀਂ ਹੈ। ਇੱਥੇ ਜਾਤੀਵਾਦ ਧਾਰਮਿਕ ਅਸਥਾਨਾਂ ਦੇ ਵਿੱਚ ਵੀ ਫੈਲਿਆ ਹੋਇਆ। ਸਾਡੇ ਪਿੰਡਾਂ ਦੇ ਨੇੜੇ ਦੀ ਘਟਨਾ ਮੈਂ ਨਾਂ ਨਹੀਂ ਲੈਣਾ, ਉੱਥੇ ਇੱਕ ਬਜ਼ੁਰਗ ਨੇ ਇੱਕ ਦਲਿਤ ਦੇ ਹੱਥੋਂ ਪ੍ਰਸ਼ਾਦ ਲੈਣ ਤੋਂ ਮਨਾਹੀ ਕਰ ਦਿੱਤੀ ਸੀ। ਜਾਤੀਵਾਦ ਤੇ ਜਿਹੜਾ ਹੈ ਉਸ ਥਾਂ ਤੇ ਵੀ ਹੈ ਜਿੱਥੇ ਜਾ ਕੇ ਜਾਤੀਵਾਦ ਮੁੱਕ ਜਾਣਾ ਚਾਹੀਦਾ, ਉੱਥੋਂ ਹੀ ਸ਼ੁਰੂ ਕਰ ਪੈਂਦੇ ਨੇ ਲੋਕ। ਇਸੇ ਤਰ੍ਹਾਂ ਪੁਲਿਸ ਜਿਹੜੀ ਹੈ ਉਹ ਵੀ ਇਸ ਚੀਜ਼ ਤੋਂ ਜਿਹੜੀ ਅਛੂਤੀ ਨਹੀਂ ਰਹੀ। ਪੁਲਿਸ ਦੇ ਵਿੱਚ ਵੀ ਜਾਤੀਵਾਦ ਹੈ, ਔਰ ਜਾਤੀਵਾਦ ਦਾ ਇੱਕ ਨਮੂਨਾ ਤੁਹਾਨੂੰ ਮੈਂ ਦੱਸਦਾ ਕਿ ਜਿਹੜੀ ਪੁਲਿਸ ਦੀ ਪੁੱਛਗਿੱਛ ਹੁੰਦੀ ਹੈ, ਪੰਜਾਬ ਪੁਲਿਸ ਦੀ ਜਿਹੜੀ ਪੁੱਛਗਿੱਛ ਹੈ, ਉਹ ਪੁੱਛਗਿੱਛ ਜਿਹੜੀ ਹੈ ਉਹਦੇ ਵਿੱਚ ਪੱਕੇ ਤੌਰ ਤੇ ਜਾਤੀ ਦਾ ਜ਼ਿਕਰ ਹੁੰਦਾ ਹੈ। ਮਤਲਬ ਮੈਨੂੰ ਕਿਸੇ ਸ਼ੱਕ ਕਾਰਨ ਜਾਂ ਕਿਸੇ ਪੁੱਛਗਿੱਛ ਲਈ ਬੁਲਾਇਆ ਗਿਆ ਤਾਂ ਉਹਨਾਂ ਨੇ ਮੇਰੀ ਪੁੱਛਗਿੱਛ ਸ਼ੁਰੂ ਕਿਵੇਂ ਕਰਨੀ, ਤੇਰਾ ਨਾਂ ਕੀ ਹੈ, ਫਲਾਣਾ, ਤੇਰੇ ਪਿਓ ਦਾ ਨਾਂ ਕੀ ਹੈ, ਫਲਾਣਾ, ਤੇਰਾ ਪਿੰਡ ਕਿਹੜਾ ਹੋਏ, ਫਲਾਣਾ, ਫਿਰ ਅੰਤ ਚ ਕਹਿਣਗੇ ਕੌਣ ਹੁੰਦਾ ਜਾਂ ਕੀ ਹੈ ਜਾਤ ਤੇਰੀ। ਇਹ ਜਾਤ ਵਾਲਾ ਜਿਹੜਾ ਇੱਕ ਪ੍ਰਸ਼ਨ ਪੁੱਛਿਆ ਜਾਂਦਾ ਹਰੇਕ ਤੋਂ। ਹਾਲਾਂਕਿ ਉਸ ਤੋਂ ਬਾਅਦ ਜਦੋਂ ਉਹ ਜਾਤ ਦੱਸਦਾ, ਉਹ ਜਿਹੜਾ ਤਰੀਕਾ ਹੁੰਦਾ ਉਹ ਵੀ ਬਦਲ ਜਾਂਦਾ ਹੈ ਕਈ ਵਾਰ, ਕਿਉਂਕਿ ਜਾਤੀਵਾਦ ਹੈ ਜਿਹੜਾ ਬਹੁਤ ਵੱਡੇ ਪੱਧਰ ਤੇ ਕੰਮ ਕਰਦਾ ਹੈ। ਇਹ ਤੇ ਹੈ ਕਹਾਣੀ ਜਿਹਨੇ ਦਿਨੇ ਵੇਖੀ ਹੈ, ਜੋ ਦਿਨੇ ਜਾ ਕੇ ਥਾਣੇ ਮੁੜ ਆਉਂਦਾ। ਮਾੜੀ ਕਿਸਮਤ ਵਾਲਾ ਜਿਹੜਾ ਉੱਥੇ ਰਾਤ ਰਹਿ ਕੇ ਆਉਂਦਾ, ਉਹ ਜਾਤੀਵਾਦ ਦਾ ਇੱਕ ਨਮੂਨਾ ਹੋਰ ਵਹਿੰਦਾ ਹੈ। ਹੁੰਦਾ ਕੀ ਹੈ ਕਿ ਇਕੱਲੇ ਪੁੱਛ ਪੜਤਾਲੀਆਂ ਲਈ ਇਹ ਜਾਤੀ ਸ਼ਬਦ ਨਹੀਂ ਵਰਤਿਆ ਜਾਂਦਾ। ਜਦੋਂ ਰਾਤ ਪੈਂਦੀ ਹੈ, ਖਾਕੀ ਦੇ ਵਿੱਚੋਂ ਜਿਹੜੇ ਦੈਂਤ ਨਿਕਲ ਆਉਂਦੇ ਆ ਸੋਮ ਰਸ ਦਾ ਸੇਵਨ ਕਰਕੇ, ਉਹ ਫਿਰ ਜਿਹੜੇ ਉੱਥੇ ਹੋਮਗਾਰਡ ਹੁੰਦੇ ਆ, ਛੋਟੀਆਂ ਜਾਤਾਂ ਤੋਂ ਆਉਂਦੇ ਆ, ਜਿਹੜੇ ਸੰਬੰਧ ਰੱਖਦੇ ਆ, ਜਾਂ SPOs ਹੁੰਦੇ ਆ, ਜਾਂ ਦਰਜਾ 4 ਕਰਮਚਾਰੀ ਕੋਈ ਹੁੰਦਾ, ਲਾਂਗਰੀ ਹੁੰਦਾ, ਉਹ ਉੱਚ ਅਹੁਦਿਆਂ ਤੇ ਬੈਠੇ ਉੱਚ ਜਾਤੀਆਂ ਵਾਲੇ ਜੋ ਸ਼ਬਦ ਰਾਤ ਨੂੰ ਉਹਨਾਂ ਲਈ ਪ੍ਰਯੋਗ ਕਰਦੇ ਆ, ਉਹ ਦੱਸਦਿਆਂ ਵੀ ਸ਼ਰਮ ਆਉਂਦੀ ਹੈ। ਉਹ ਪਤਾ ਨਹੀਂ ਉਹ ਜਿਹੜੇ ਛੋਟੇ ਮੁਲਾਜ਼ਮ, ਛੋਟੇ ਕਰਮਚਾਰੀ ਕਿਵੇਂ ਆਪਣੇ ਢਿੱਡ ਵੱਲ ਵੇਖ ਕੇ ਚੁੱਪ ਕਰ ਜਾਂਦੇ ਆ ਕਿ ਜੇ ਅਣਖ ਜਗਾਈ ਤੇ ਫਿਰ ਪੇਟ ਜਿਹੜਾ ਸੌ ਜਾਏਗਾ ਸਦਾ ਦੀ ਨੀਂਦ। ਇਸ ਕਰਕੇ ਉੱਥੇ ਉਹ ਜਾਤੀਵਾਦ ਵੀ ਚੱਲਦਾ ਹੈ। ਹੁਣ ਇਸ ਮੁੱਦੇ ਨੂੰ ਉਭਾਰਿਆ ਪੰਜਾਬ ਪੁਲਿਸ ਦੇ ਇੱਕ ਕਰਮਚਾਰੀ ਨੇ, ਉਹਨੇ DGP ਦੇ ਕੋਲ ਇਹ ਸ਼ਿਕਾਇਤ ਕੀਤੀ ਹੈ ਸੁਝਾਅ ਦੇ ਰੂਪ ਦੇ ਵਿੱਚ ਕਿ ਜੋ ਅਸੀਂ ਪੁੱਛ ਪੜਤਾਲ ਦੇ ਵਿੱਚ ਸ਼ਬਦ ਵਰਤਦੇ ਹਾਂ ਕਿ ਜਾਤ ਕਿਹੜੀ ਹੈ, ਇਹ ਕੱਢਿਆ ਜਾਵੇ, ਕਿਉਂਕਿ ਇਹ ਸਿੱਧੇ ਤੌਰ ਤੇ ਛੋਟੀ ਜਾਤ ਵਾਲੇ ਨੂੰ ਇੱਕ ਤਰ੍ਹਾਂ ਨਾਲ ਕਹਿ ਲਈਏ ਚੋਟ ਕਰਦਾ, ਔਰ ਦੂਜਾ ਹੈ ਕਿ ਜਾਤੀਵਾਦ ਨੂੰ ਇਹ ਵਧਾਵਾ ਦਿੰਦਾ। ਹੁਣ ਦੂਜੇ ਪਾਸੇ ਦੇਖੀ ਕਿ ਇਹ ਗੱਲ ਬਹੁਤ ਵਧੀਆ ਕੀਤੀ ਇਹਨਾਂ ਨੇ, ਔਰ ਮੈਨੂੰ ਲੱਗਦਾ ਕਿ ਇਹ ਜਾਤੀਵਾਦ ਵਾਲਾ ਜਿਹੜਾ ਸ਼ਬਦ ਹੈ, ਪੁੱਛ ਪੜਤਾਲ ਵਾਲਾ ਜਿਹੜਾ ਇੱਕ ਵਰਤਾਰਾ, ਉਹਦੇ ਚੋਂ ਨਿਕਲ ਜਾਏਗਾ। ਪਰ ਜੋ ਜਾਤੀਵਾਦ ਦਾ ਜਿਹੜਾ ਇੱਕ ਤਿਣਕਾ ਇਹਨਾਂ ਦੀ ਸੋਚ ਵਿੱਚ ਫਸਿਆ ਹੋਇਆ ਉੱਚ ਅਹੁਦਿਆਂ ਤੇ ਬੈਠੇ ਉੱਚ ਜਾਤੀਆਂ ਵਾਲੇ ਦੇ, ਕਿ ਉਹ ਕਿਣਕਾ, ਕਿ ਉਹ ਅੰਸ਼ ਵੀ ਕਾਨੂੰਨ ਆ ਜਾਂ ਇਹਨਾਂ ਦਾ ਮਹਿਕਮਾ ਉਹ ਕੱਢੇਗਾ ਜੋ ਇਹ ਥਾਣੇ ਦੇ ਵਿੱਚ ਦੂਜੇ ਆਪਣੇ ਸਾਥੀਆਂ ਦੇ ਨਾਲ ਕਰਦੇ। ਜੀ ਬਿਲਕੁਲ, ਇਹ ਤਾਂ
ਬਾਅਦ 'ਚ ਹੀ ਪਤਾ ਲੱਗੂਗਾ। ਅਤੇ ਜਾਂਦੇ ਜਾਂਦੇ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਸੰਸਦ ਆ ਉਹਦੇ ਵਿੱਚ ਕਹਿੰਦੇ ਜੀ ਹੰਗਾਮਾ ਹੋਊਗਾ ਹੀ। ਜਿਹੜੀ ਬਸ ਸਾਰੀ ਪਾਰਟੀਆਂ ਦੀ ਮੀਟਿੰਗ ਹੋਈ ਸੀ ਉਹ 'ਚ ਸੁਰ ਨਾ ਮਿਲੇ ਕਿਸੇ ਦੇ ਵੀ। ਦੇਖੋ ਇਹ ਹੋਣਾ ਹੀ ਹੋਣਾ। ਕਾਂਗਰਸ ਨੇ ਜਿਹੜਾ ਉਹ ਸੀਗਾ ਸਤੰਬਰ ਦੇ ਵਿੱਚ ਹੋਇਆ ਸੀ ਸੈਸ਼ਨ, ਉਹ ਸਾਰਾ ਹੀ ਧੋ ਦਿੱਤਾ ਸੀਗਾ। ਉਦੋਂ ਵੀ ਹੋਈ ਸੀ ਪਾਰਟੀ ਮੀਟਿੰਗ, ਸਰਦ ਰੁੱਤ ਦੇ ਵਿੱਚ ਵੀ ਰੌਲਾ ਪਿਆ। ਇਸ ਵਾਰੀ ਮੁੱਦੇ ਆ ਜਿਹੜੇ ਉਹ ਵੱਖਰੇ ਆ। ਇਸ ਵੇਲੇ ਮੁੱਦਾ ਜਿਹੜਾ ਉਹ ਹੈ ਦੇਸ਼ ਧਰੋਹੀ ਤੇ ਬਨਾਮ ਤੇ ਦੇਸ਼ ਭਗਤ। ਇਹ ਮੁੱਦਾ ਦੂਸਰਾ ਰੋਹਿਤ ਵਮੇਲਾ ਵਾਲਾ ਜਿਹੜਾ ਮੁੱਦਾ ਹੈ, ਖੁਦਕੁਸ਼ੀ ਵਾਲਾ, ਕਿਉਂਕਿ ਦਲਿਤ ਵੋਟ ਬੈਂਕ ਤੁਹਾਨੂੰ ਪਤਾ ਹੈ ਹਮੇਸ਼ਾ ਪ੍ਰਭਾਵਿਤ ਕਰਦਾ ਸਿਆਸਤ ਨੂੰ। ਕਾਂਗਰਸ ਉਹਨੂੰ ਜੋੜ ਕੇ ਵਾਪਸੀ ਦੇ ਖਾਬ ਦੇਖਦੀ ਹੈ, ਔਰ ਦੂਜੇ ਪਾਸੇ ਭਾਜਪਾ ਦਾ ਤੁਹਾਨੂੰ ਪਤਾ ਹੀ ਹੈ ਕਿ ਉਹਦਾ ਏਜੰਡਾ ਕੀ ਹੈ, ਉਹ ਆਪਣੇ ਹਿਸਾਬ ਨਾਲ ਤੁਰਦੀ ਹੈ। ਸੋ ਦੋਨਾਂ ਦੀ ਸਹਿਮਤੀ ਬਣਨੀ ਲਗਭਗ ਜਿਹੜੀ ਸੀ ਮੁਸ਼ਕਲ ਹੈ। ਔਰ ਇਹ ਰੌਲਾ ਰੱਪਾ ਜਿਹੜਾ ਪੈਣਾ ਹੀ ਹੈ, ਖਾਸ ਤੌਰ ਤੇ ਇਹ ਜਿਹੜੇ ਮੁੱਦੇ ਆ ਸੰਸਦ ਦੇ ਵਿੱਚ ਉੱਠਣੇ ਔਰ ਇਹਨਾਂ ਤੇ ਮੁੜ ਕੇ ਜਿਹੜੀ ਜਵਾਬ ਤਲਬੀ ਜਾਂ ਜਿਹੜੀ ਹੋਣੀ ਹੈ, ਤੁਹਾਨੂੰ ਪਤਾ ਸੰਸਦ ਕਾਹਦੇ ਕਰਕੇ ਬਦਨਾਮ ਆ, ਤਾਂ ਉਹ ਕੁਝ ਹੋਣਾ ਹੀ ਹੋਣਾ ਹੈ, ਕਿਉਂਕਿ ਇਹ ਮੁੱਦੇ ਛੱਡੇ ਨਹੀਂ ਜਾ ਸਕਦੇ। ਹਰੇਕ ਪਾਰਟੀ ਨੇ ਕੋਸ਼ਿਸ਼ ਕਰਨੀ ਹੈ ਕਿ ਅਸੀਂ ਆਪਣੇ ਪੱਖ 'ਚ ਆਪਣੇ ਤਰੀਕੇ ਨਾਲ ਭੁਲਾਈਏ। ਤਾਂ ਇਹ ਜਿਹੜੀ ਹੈ ਇੱਕ ਕਸ਼ਮਕਸ਼ ਉੱਥੇ ਚੱਲਣੀ ਹੈ। ਗੱਲ ਤੁਹਾਡੀ ਬਿਲਕੁਲ ਸਹੀ ਹੈ, ਕਿਆਫਾ ਤੋਂ ਬਿਲਕੁਲ ਦਰੁਸਤ ਹੈ ਕਿ ਇਹ ਰੌਲੇ ਰੱਪੇ ਦੀ ਭੇਟ ਚੜੇਗਾ ਇਹ ਵੀ ਸੈਸ਼ਨ। ਜੀ ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਲਸਰੀਆ ਜੀ, ਤੁਸੀਂ ਸਾਡੇ ਨਾਲ ਆ ਕੇ ਜੁੜੇ ਤੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਇਸ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।